ਜੀ ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ। ਪਿਆਰੇ ਬੱਚਿਓ, ਅੱਜ ਅਸੀਂ ਕਹਾਣੀ ਭਾਗ ਵਿੱਚੋਂ ਕਹਾਣੀ ਪੜ੍ਹਾਂਗੇ ਜਿਸ ਦਾ ਨਾਮ ਹੈ ਇਮਾਨਦਾਰ ਲੱਕੜਹਾਰਾ। ਸੋ ਬੇਟਾ, ਇਹ ਜਿਹੜੀ ਕਹਾਣੀ ਆ 7ਵੀਂ ਕਲਾਸ ਦੇ ਵਿਦਿਆਰਥੀਆਂ ਦੇ ਬੌਧਿਕ ਪੱਧਰ ਨੂੰ ਧਿਆਨ ਹਿੱਤ ਰੱਖਦੇ ਹੋਏ ਬਣਾਈ ਗਈ ਹੈ। ਸੋ ਬੇਟਾ, ਜਿਹੜੀ ਇਹ ਕਹਾਣੀ ਆ, ਇਸ ਕਹਾਣੀ ਦੇ ਵਿੱਚ ਫੋਟੋਆਂ ਦੇ ਮਾਧਿਅਮ ਰਾਹੀਂ ਤੁਹਾਨੂੰ ਜਿਹੜੀ ਕਹਾਣੀ ਆ ਉਹ ਪੜ੍ਹਾਉਣ ਅਤੇ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਜਿਹੜੇ ਵੱਡੀਆਂ ਕਲਾਸਾਂ ਦੇ ਵਿਦਿਆਰਥੀ ਨੇ ਬੇਟਾ, ਉਹ ਫੋਟੋ ਦੇ ਅਕੋਰਡਿੰਗ, ਜਿਵੇਂ ਅਸੀਂ ਕਿਸੇ ਚੀਜ਼ ਨੂੰ ਦੇਖ ਕੇ ਉਹਦੇ ਪ੍ਰਤੀ ਆਪਣੇ ਵਿਚਾਰ ਲਿਖਦੇ ਹਾਂ, ਸੋ ਉਹ ਜਿਹੜੇ ਆਪਣੇ ਵਿਚਾਰ ਨੇ ਕਹਾਣੀ ਦੇ ਵਿੱਚ ਆਪਣੇ ਕੋਲੋਂ ਉਹਨਾਂ ਨੂੰ ਵਿਸਤਾਰ ਸਹਿਤ ਵੀ ਲਿਖ ਸਕਦੇ ਨੇ। ਸੋ ਛੋਟੀਆਂ ਕਲਾਸਾਂ ਦੇ ਜਿਹੜੇ ਵਿਦਿਆਰਥੀ ਨੇ ਉਹ ਇਸ ਕਹਾਣੀ ਨੂੰ ਜਿਸ ਤਰ੍ਹਾਂ ਤੁਹਾਡੇ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਵੇਖ ਰਹੇ ਹੋ, ਇਸ ਤਰ੍ਹਾਂ ਦੇਖ ਕੇ ਵੀ ਲਿਖ ਸਕਦੇ ਹੋ। ਸੋ ਬੇਟਾ, ਜਿਹੜੀ ਇਹ ਕਹਾਣੀ ਆ, ਸੋ ਆਓ ਆਪਾਂ ਇਹਨੂੰ ਸਧਾਰਨ ਸ਼ਬਦਾਂ ਦੇ ਵਿੱਚ ਪੜ੍ਹਦੇ ਹਾਂ ਅਤੇ ਫਿਰ ਇਸ ਨੂੰ ਆਪਾਂ ਇਸ ਜੋ ਮਾਧਿਅਮ ਰਾਹੀਂ ਤੁਹਾਨੂੰ ਕਹਾਣੀ ਪੜ੍ਹਾਉਣੀ ਹੈ ਉਸ ਢੰਗ ਨਾਲ ਸੁਣਾਵਾਂਗੇ। ਸੋ ਬੇਟਾ, ਇੱਕ ਵਾਰ ਦੀ ਗੱਲ ਹੈ ਕਿ ਇੱਕ ਪਿੰਡ ਦੇ ਵਿੱਚ ਇੱਕ ਜਿਹੜਾ ਗਰੀਬ ਲੱਕੜਹਾਰਾ ਰਹਿੰਦਾ ਸੀ। ਲੱਕੜਹਾਰਾ ਹੁੰਦਾ ਬੇਟਾ ਜੋ ਲੱਕੜਾਂ ਨੂੰ ਵੱਡੇ ਕੱਟੇ। ਸੋ ਬੇਟਾ, ਉਹ ਜੰਗਲ ਦੇ ਵਿੱਚੋਂ ਲੱਕੜਾਂ ਕੱਟ ਕੇ ਲੈ ਆਉਂਦਾ ਅਤੇ ਆਪਣੇ ਘਰ ਦਾ ਅਤੇ ਆਪਣਾ ਜਿਹੜਾ ਰੋਟੀ ਦਾ ਗੁਜ਼ਾਰਾ ਚਲਾਉਂਦਾ ਸੀ। ਸੋ ਇੱਕ ਦਿਨ ਉਸ ਨੇ ਸੋਚਿਆ ਕਿ ਜੰਗਲ ਦੇ ਵਿੱਚ ਜਾਂਦੇ ਹਾਂ, ਕਿਤੋਂ ਸੁੱਕੀਆਂ ਲੱਕੜਾਂ ਲੈ ਕੇ ਆਉਣੇ ਆ। ਅਤੇ ਬੇਟਾ, ਉਸ ਲੱਕੜਹਾਰੇ ਨੇ ਇੱਕ ਨਦੀ ਦੇ ਕਿਨਾਰੇ ਇੱਕ ਸੁੱਕਾ ਰੁੱਖ ਵੇਖਿਆ ਅਤੇ ਉਸ ਦੇ ਮਨ ਦੇ ਵਿੱਚ ਖਿਆਲ ਆਇਆ, ਕਿਉਂ ਨਾ ਇਸ ਰੁੱਖ ਦੀਆਂ ਲੱਕੜਾਂ ਵੱਢੀਆਂ ਜਾਣ। ਜਦੋਂ ਇਹਨਾਂ ਨੂੰ ਵੱਢ ਕੇ ਵੇਚਾਂਗੇ ਤਾਂ ਚੰਗਾ ਚੋਖਾ ਮੁੱਲ ਮਿਲੇਗਾ। ਸੋ ਬੇਟਾ, ਉਸ ਲੱਕੜਹਾਰੇ ਨੇ ਜਦੋਂ ਉਸ ਦਰੱਖਤ ਉੱਪਰ ਚੜ੍ਹ ਕੇ ਲੱਕੜਾਂ ਕੱਟਣੀਆਂ ਸ਼ੁਰੂ ਕੀਤੀਆਂ ਤਾਂ ਪਹਿਲੇ ਟੱਕ ਵਿੱਚ ਹੀ ਜਿਹੜਾ ਉਹਦਾ ਕੁਹਾੜਾ ਸੀ ਉਹ ਤਿੜਕ ਕੇ ਨਦੀ ਵਿੱਚ ਜਾ ਡਿੱਗਾ। ਨਦੀ ਬਹੁਤ ਡੂੰਘੀ ਸੀ ਅਤੇ ਲੱਕੜਹਾਰਾ ਇਹ ਆਪਣੇ ਕੁਹਾੜੇ ਨੂੰ ਖੋਣ ਦੇ ਚੱਕਰਾਂ ਦੇ ਵਿੱਚ, ਫਿਕਰ ਦੇ ਵਿੱਚ ਉਸ ਨਦੀ ਦੇ ਕਿਨਾਰੇ ਬੈਠ ਕੇ ਰੋਣ ਲੱਗਦਾ ਹੈ। ਸੋ ਲੱਕੜਹਾਰੇ ਦੇ ਰੋਣ ਦੀ ਆਵਾਜ਼ ਸੁਣ ਕੇ ਉਸ ਨਦੀ ਵਿੱਚੋਂ ਜਲ ਦੇਵਤਾ ਪ੍ਰਗਟ ਹੁੰਦੇ ਹਨ ਅਤੇ ਉਸ ਨੂੰ ਪੁੱਛਦੇ ਹਨ ਕਿ ਭਾਈ, ਕੀ ਗੱਲ ਹੋਈ, ਤੂੰ ਕਿਉਂ ਰੋ ਰਿਹਾ ਹੈ? ਤਾਂ ਲੱਕੜਹਾਰੇ ਨੇ ਜਵਾਬ ਦਿੱਤਾ, ਸ਼੍ਰੀਮਾਨ ਜੀ, ਇਹ ਨਦੀ ਬਹੁਤ ਡੂੰਘੀ ਹੈ। ਮੇਰਾ ਕੁਹਾੜਾ ਇਸ ਨਦੀ ਵਿੱਚ ਡਿੱਗ ਗਿਆ ਹੈ। ਮੈਂ ਤਾਂ ਲੱਕੜਾਂ ਕੱਟ ਕੇ ਆਪਣੇ ਬੱਚਿਆਂ ਦਾ ਪੇਟ ਪਾਲਦਾ ਹਾਂ। ਹੁਣ ਮੇਰਾ ਕੁਹਾੜਾ ਗੁੰਮ ਗਿਆ ਅਤੇ ਮੈਂ ਬਹੁਤ ਗਰੀਬ ਹਾਂ। ਮੈਂ ਹੋਰ ਕੁਹਾੜਾ ਨਹੀਂ ਲੈ ਸਕਦਾ ਅਤੇ ਮੈਂ ਇਹ ਸਮਝ ਲਓ ਕਿ ਹੁਣ ਮੈਂ ਬਰਬਾਦ ਹੋ ਜਾਵਾਂਗਾ, ਕਿਉਂਕਿ ਮੇਰੀ ਆਮਦਨ ਦਾ ਕੋਈ ਹੋਰ ਸਾਧਨ ਵੀ ਨਹੀਂ। ਸੋ ਜਲ ਦੇਵਤਾ ਨੇ ਬੇਟਾ ਉਸ ਗਰੀਬ ਲੱਕੜਹਾਰੇ ਨੂੰ ਪਰਖਣ ਲਈ ਉਸ ਨੂੰ ਕਿਹਾ ਕਿ ਤੁਸੀਂ ਰੁਕੋ, ਮੈਂ ਨਦੀ ਵਿੱਚ ਜਾ ਕੇ ਤੁਹਾਡਾ ਕੁਹਾੜਾ ਲੱਭ ਕੇ ਲੈ ਕੇ ਆਉਂਦਾ ਹਾਂ। ਸੋ ਫਿਰ ਬੇਟਾ ਉਸ ਨਦੀ ਵਿੱਚ ਜਲ ਦੇਵਤਾ ਗਏ ਅਤੇ ਉਹਨਾਂ ਨੇ ਇੱਕ ਸੋਨੇ ਦਾ ਕੁਹਾੜਾ ਲਿਆ ਕੇ ਉਸ ਦੇ ਸਾਹਮਣੇ ਪੇਸ਼ ਕੀਤਾ ਕਿ ਲਓ, ਇਹ ਤੁਹਾਡਾ ਕੁਹਾੜਾ ਹੈ। ਤਾਂ ਉਸ ਨੇ ਹੱਥ ਜੋੜ ਕੇ ਕਿਹਾ, ਨਹੀਂ ਮਹਾਰਾਜ, ਇਹ ਮੇਰਾ ਕੁਹਾੜਾ ਨਹੀਂ। ਮੈਂ ਸੋਨੇ ਦਾ ਕੁਹਾੜਾ ਕੀ ਕਰਨਾ ਹੈ? ਮੈਂ ਤਾਂ ਲੱਕੜਹਾਰਾ ਹਾਂ। ਮੈਨੂੰ ਲੱਕੜਾਂ ਕੱਟਣ ਲਈ ਮੇਰਾ ਲੋਹੇ ਦਾ ਕੁਹਾੜਾ ਹੀ ਚਾਹੀਦਾ ਹੈ। ਤਾਂ ਫਿਰ ਜਲ ਦੇਵਤਾ ਨੇ ਨਦੀ ਦੇ ਵਿੱਚ ਡੁਬਕੀ ਲਾਈ ਅਤੇ ਫਿਰ ਚਾਂਦੀ ਦਾ ਕੁਹਾੜਾ ਲਿਆ ਕੇ ਉਸ ਦੇ ਸਨਮੁਖ ਰੱਖਿਆ ਕਿ ਤੁਹਾਡਾ ਕੁਹਾੜਾ ਇਹ ਹੈ। ਉਸ ਨੇ ਕਿਹਾ, ਨਹੀਂ ਮਹਾਰਾਜ, ਇਹ ਵੀ ਮੇਰਾ ਕੁਹਾੜਾ ਨਹੀਂ। ਮੈਂ ਚਾਂਦੀ ਦਾ ਕੁਹਾੜਾ ਕੀ ਕਰਨਾ ਹੈ? ਮੈਨੂੰ ਤਾਂ ਮੇਰਾ ਲੋਹੇ ਵਾਲਾ ਕੁਹਾੜਾ ਹੀ ਚਾਹੀਦਾ ਹੈ। ਸੋ ਤੀਜੀ ਡੁਬਕੀ ਲਾ ਕੇ ਜਲ ਦੇਵਤਾ ਨੇ 3 ਕੁਹਾੜੇ ਉਸ ਦੇ ਸਾਹਮਣੇ ਪੇਸ਼ ਕੀਤੇ ਅਤੇ ਉਸ ਨੂੰ ਕਿਹਾ ਕਿ ਇਹਨਾਂ ਵਿੱਚੋਂ ਤੇਰਾ ਕਿਹੜਾ ਹੈ? ਉਸ ਨੇ ਕਿਹਾ ਕਿ ਮਹਾਰਾਜ, ਇਹ ਲੋਹੇ ਵਾਲਾ ਕੁਹਾੜਾ ਮੇਰਾ ਹੈ, ਇਹ ਮੈਨੂੰ ਦੇ ਦਿਓ। ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹਾਂ। ਮੈਂ ਬਹੁਤ ਤਹਿ ਦਿਲੋਂ ਆਪ ਦਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਮੈਨੂੰ ਮੇਰਾ ਕੁਹਾੜਾ ਲੱਭ ਕੇ ਦਿੱਤਾ। ਤਾਂ ਬੇਟਾ, ਜਲ ਦੇਵਤਾ ਉਸ ਦੀ ਇਸ ਇਮਾਨਦਾਰੀ ਤੋਂ ਬਹੁਤ ਖੁਸ਼ ਹੋਏ। ਜਲ ਦੇਵਤਾ ਨੇ ਕਿਹਾ ਕਿ ਹੇ ਗਰੀਬ ਲੱਕੜਹਾਰੇ, ਇਹ ਸੋਨੇ ਅਤੇ ਚਾਂਦੀ ਦਾ ਕੁਹਾੜਾ ਵੀ ਮੈਂ ਤੈਨੂੰ ਇਨਾਮ ਵਜੋਂ ਦਿੰਦਾ ਹਾਂ, ਕਿਉਂਕਿ ਤੂੰ ਜੋ ਇਮਾਨਦਾਰੀ ਦੀ ਮਿਸਾਲ ਮੇਰੇ ਸਾਹਮਣੇ ਪੇਸ਼ ਕੀਤੀ ਹੈ। ਜੇਕਰ ਤੂੰ ਲਾਲਚੀ ਇਨਸਾਨ ਹੁੰਦਾ ਤਾਂ ਤੂੰ ਪਹਿਲੇ ਸੋਨੇ ਦੇ ਕੁਹਾੜੇ 'ਤੇ ਹੀ ਝੂਠ ਬੋਲ ਕੇ ਉਸ ਨੂੰ ਲੈ ਲੈਣਾ ਸੀ। ਸੋ ਬੇਟਾ, ਜਿਹੜਾ ਜਲ ਦੇਵਤਾ ਉਸ ਤੋਂ ਇੰਨਾ ਖੁਸ਼ ਹੁੰਦਾ ਅਤੇ ਉਸ ਨੂੰ ਉਹ ਜਿਹੜੇ ਸੋਨੇ ਅਤੇ ਚਾਂਦੀ ਦੇ ਦੋਵੇਂ ਕੁਹਾੜੇ ਦੇ ਦਿੰਦਾ ਹੈ ਅਤੇ ਜਿਹੜਾ ਉਹ ਲੱਕੜਹਾਰਾ ਬੇਟਾ ਉਹ ਆਪਣੇ ਜੀਵਨ ਦੇ ਵਿੱਚ ਖੁਸ਼ੀ ਰਹਿੰਦਾ ਅਤੇ ਬਹੁਤ ਅਮੀਰ ਹੋ ਜਾਂਦਾ ਹੈ ਉਸ ਸੋਨੇ ਅਤੇ ਚਾਂਦੀ ਦੇ ਕੁਹਾੜੇ ਨੂੰ ਵੇਚ ਕੇ। ਸੋ ਬੇਟਾ, ਜਿਹੜੀ ਇੱਥੇ ਇਸ ਕਹਾਣੀ ਦੇ ਵਿੱਚੋਂ ਸਾਨੂੰ ਸਿੱਖਿਆ ਮਿਲਦੀ ਆ ਉਹ ਇਹ ਹੈ ਕਿ ਜਿਹੜੀ ਇਮਾਨਦਾਰੀ ਆ ਉਹ ਸਭ ਤੋਂ ਚੰਗੀ ਨੀਤੀ ਹੈ। ਸੋ ਬੇਟਾ, ਇਹ ਸੀ ਕਹਾਣੀ। ਜੇ ਅਸੀਂ ਇਹਨੂੰ ਵੱਡੇ ਸ਼ਬਦਾਂ ਦੇ ਵਿੱਚ ਲਿਖਦੇ ਹਾਂ, ਆਓ ਇਸ ਕਹਾਣੀ ਨੂੰ ਬਹੁਤ ਹੀ ਘੱਟ ਸ਼ਬਦਾਂ ਦੇ ਵਿੱਚ ਅਸੀਂ ਕਿਵੇਂ ਲਿਖ ਸਕਦੇ ਹਾਂ ਉਹ ਪੜ੍ਹਦੇ ਹਾਂ ਕਿ ਇੱਕ ਜੰਗਲ ਦੇ ਲਾਗੇ ਲੱਕੜਹਾਰਾ ਰਹਿੰਦਾ ਸੀ। ਉਹ ਰੋਜ਼ ਸਵੇਰੇ ਉੱਠ ਕੇ ਜੰਗਲ ਵਿੱਚੋਂ
ਲੱਕੜਾਂ ਕੱਟ ਕੇ ਲਿਆਉਂਦਾ, ਮਿਹਨਤ ਅਤੇ ਮੁਸ਼ੱਕਤ ਦੇ ਨਾਲ ਜੋ ਕੁਝ ਵੀ ਉਹ ਕਮਾਉਂਦਾ ਸੀ ਉਸੇ ਦੇ ਨਾਲ ਘਰ ਦਾ ਖਰਚਾ ਚਲਾਉਂਦਾ ਸੀ। ਰੁੱਖੀ ਸੁੱਕੀ ਖਾ ਕੇ ਹੀ ਉਹ ਰੱਬ ਦਾ ਸ਼ੁਕਰ ਮਨਾਉਂਦਾ, ਪਰ ਉਸਨੇ ਕਦੇ ਵੀ ਆਪਣੇ ਕੰਮ ਵਿੱਚ ਬੇਈਮਾਨੀ ਨਹੀਂ ਕੀਤੀ। ਇੱਕ ਦਿਨ ਜਦੋਂ ਉਹ ਦਰਿਆ ਕਿਨਾਰੇ ਲੱਕੜਾਂ ਕੱਟ ਰਿਹਾ ਸੀ ਤਾਂ ਉਸ ਨੂੰ ਇੱਕ ਰੁੱਖ ਨਜ਼ਰੀ ਆਇਆ। ਉਸ ਦੇ ਲੰਮੇ ਪਤਲੇ ਟਾਹਣੇ ਦੇਖ ਕੇ ਉਸ ਦਾ ਮਨ ਲਲਚਾਇਆ। ਸੋ ਬੇਟਾ ਇਹ ਉਹ ਰੁੱਖ ਆ ਤੇ ਉਹ ਲੱਕੜਹਾਰਾ ਉੱਪਰ ਖੜਾ, ਇਹ ਜਲ ਦੇਵਤਾ। ਬੇਟਾ ਅੱਗੇ ਆਪਾਂ ਕਹਾਣੀ ਪੜ੍ਹਦੇ ਹਾਂ। ਇਹ ਬੇਟਾ ਉਹ ਦੇਖ ਰਿਹਾ ਕਿ ਸੁੱਕਾ ਉਹਨੇ ਜਿਹੜਾ ਰੁੱਖ ਦੇਖਿਆ। ਰੁੱਖ 'ਤੇ ਚੜ੍ਹ ਕੇ ਲੱਕੜਹਾਰੇ ਨੇ ਜਦੋਂ ਪਹਿਲਾ ਟੱਕ ਲਾਇਆ ਤਾਂ ਉਹਦੇ ਹੱਥੋਂ ਕੁਹਾੜਾ ਤਿਲਕ ਕੇ ਪਾਣੀ ਵਿੱਚ ਡਿੱਗ ਗਿਆ। ਇਸ ਨਾਲ ਲੱਕੜਹਾਰਾ ਬਹੁਤ ਦੁਖੀ ਹੋਇਆ ਤੇ ਪਾਣੀ ਦੇ ਕੰਢੇ 'ਤੇ ਆ ਬੈਠਾ। ਅਚਾਨਕ ਉਸਨੇ ਜਲ ਦੇਵਤਾ ਨੂੰ ਆਪਣੇ ਵੱਲ ਆਉਂਦੇ ਵੇਖਿਆ। ਜਲ ਦੇਵਤਾ ਨੇ ਲੱਕੜਹਾਰੇ ਦੇ ਲਾਗੇ ਆ ਕੇ ਪੁੱਛਿਆ, ਭਾਈ ਸੁੱਕੀ ਸਾਂਦੀ, ਤੂੰ ਕਿਉਂ ਆਪਣੀ ਰੋਣੀ ਸ਼ਕਲ ਬਣਾਈ ਹੈ? ਬੜੇ ਯਤਨ ਨਾਲ ਲੱਕੜਹਾਰੇ ਨੇ ਹਿੰਮਤ ਜੁਟਾ ਕੇ ਜਲ ਦੇਵਤਾ ਨੂੰ ਪਾਣੀ ਵਿੱਚ ਡਿੱਗੀ ਆਪਣੀ ਕੁਹਾੜੀ ਦੀ ਮਿੱਥਿਆ ਸੁਣਾਈ। ਉਸ ਦੀ ਕਹਾਣੀ ਸੁਣ ਕੇ ਜਲ ਦੇਵਤਾ ਨੂੰ ਉਸ 'ਤੇ ਤਰਸ ਆਇਆ। ਜਲ ਦੇਵਤਾ ਨੇ ਪਾਣੀ ਵਿੱਚ ਇੱਕ ਗੋਤਾ ਲਗਾਇਆ। ਕੁਝ ਪਲ ਮਗਰੋਂ ਜਦੋਂ ਦੇਵਤਾ ਪਾਣੀ ਵਿੱਚੋਂ ਬਾਹਰ ਆਇਆ ਤਾਂ ਸੋਨੇ ਦਾ ਇੱਕ ਨਵਾਂ ਕੁਹਾੜਾ ਉਸਨੇ ਹਵਾ ਵਿੱਚ ਲਹਿਰਾਇਆ। ਸੋ ਬੇਟਾ ਇਹ ਜਲ ਦੇਵਤਾ ਨੇ ਇਹਦੇ ਲਈ ਇੱਕ ਸੋਨੇ ਦਾ ਕੁਹਾੜਾ ਲੈ ਕੇ ਬਾਹਰ ਆਏ ਅਤੇ ਦੇਖੋ ਦੋਵੇਂ ਹੱਥ ਬੇਟਾ ਹਿਲਾ ਕੇ ਜਿਹੜਾ ਲੱਕੜਹਾਰਾ ਉਹ ਕਹਿ ਰਿਹਾ, ਕੀ ਕਹਿੰਦਾ, ਲਹਿਰਾਇਆ ਅਤੇ ਉਸ ਨੂੰ ਪੁੱਛਣ ਲੱਗਾ ਕਿ ਇਹੋ ਕੁਹਾੜਾ ਤੇਰਾ ਹੈ? ਲੱਕੜਹਾਰਾ ਬੋਲਿਆ, ਨਾ ਜੀ, ਇਹ ਮੇਰਾ ਕੁਹਾੜਾ ਨਹੀਂ। ਦੇਵਤੇ ਨੇ ਫਿਰ ਪਾਣੀ ਵਿੱਚ ਡੁਬਕੀ ਲਾਈ ਅਤੇ ਚਾਂਦੀ ਦੀ ਇੱਕ ਹੋਰ ਕੁਹਾੜੀ ਕੱਢ ਕੇ ਉਸ ਨੂੰ ਦਿਖਾਈ। ਲੱਕੜਹਾਰੇ ਨੇ ਰੋਂਦੇ ਹੋਏ ਕਿਹਾ ਕਿ ਮੇਰਾ ਕੁਹਾੜਾ ਤਾਂ ਲੋਹੇ ਦਾ ਹੈ, ਮੈਂ ਇਸ ਚਾਂਦੀ ਦੇ ਕੁਹਾੜੇ ਦਾ ਕੀ ਕਰਨਾ ਹੈ? ਸੋ ਦੇਖੋ ਬੇਟਾ ਕਿੱਡਾ ਵੱਡਾ ਸਾਵਰਾ, ਇਹ ਦੋਵੇਂ ਹੱਥਾਂ ਨਾਲ ਉਹਨੂੰ ਜਵਾਬ ਦੇ ਰਿਹਾ ਕਿ ਨਹੀਂ ਮਹਾਰਾਜ, ਇਹ ਮੇਰੇ ਨਹੀਂ, ਨਾ ਹੀ ਸੋਨੇ ਦਾ ਕੁਹਾੜਾ ਮੇਰਾ ਹੈ, ਨਾ ਹੀ ਚਾਂਦੀ ਦਾ ਮੇਰਾ ਹੈ। ਕਹਿੰਦੇ ਮੈਂ ਸੋਨੇ ਅਤੇ ਚਾਂਦੀ ਦੇ ਕੁਹਾੜਿਆਂ ਦਾ ਕੀ ਕਰਨਾ ਹੈ, ਮੇਰਾ ਜਿਹੜਾ ਕੁਹਾੜਾ ਉਹ ਤਾਂ ਲੋਹੇ ਦਾ ਹੈ। ਸੋ ਬੇਟਾ ਫੋਟੋ ਦੇ ਵਿੱਚ ਤੁਸੀਂ ਵੇਖ ਰਹੇ ਹੋ, ਆਓ ਇਹਨੂੰ ਪੜ੍ਹਦੇ ਹਾਂ ਪਹਿਲਾਂ ਨੀਚੇ ਕਿ ਇਹ ਫੋਟੋ ਕੀ ਦਰਸਾਉਂਦੀ ਹੈ। ਲੱਕੜਹਾਰੇ ਦੀ ਇਮਾਨਦਾਰੀ ਤੇ ਜਲ ਦੇਵਤਾ ਵੀ ਮੁਸਕਾਇਆ। ਤੀਜੀ ਡੁਬਕੀ ਲਗਾ ਕੇ ਦੇਵਤਾ ਨੇ ਅਸਲ ਕੁਹਾੜਾ ਕੱਢ ਕੇ ਉਸ ਨੂੰ ਫੜਾਇਆ। ਲੱਕੜਹਾਰਾ ਸੋਨੇ ਚਾਂਦੀ ਦੇ ਲਾਲਚ ਵਿੱਚ ਨਾ ਆਇਆ। ਜਲ ਦੇਵਤਾ ਲੱਕੜਹਾਰੇ ਦੀ ਇਮਾਨਦਾਰੀ ਤੋਂ ਬਹੁਤ ਖੁਸ਼ ਹੋਇਆ। ਜਲ ਦੇਵਤਾ ਨੇ ਤਿੰਨੇ ਕੁਹਾੜੀਆਂ ਉਸ ਨੂੰ ਇਨਾਮ ਵਿੱਚ ਦੇ ਦਿੱਤੀਆਂ। ਸੋ ਬੇਟਾ ਜਿਹੜੀ ਉੱਪਰਲੀ ਫੋਟੋ ਆ ਇਹਦੇ ਵਿੱਚ ਜਲ ਦੇਵਤਾ ਉਸ ਇਮਾਨਦਾਰ ਲੱਕੜਹਾਰੇ ਨੂੰ ਤਿੰਨੋਂ ਕੁਹਾੜੀਆਂ ਜਿਹੜੀਆਂ ਉਹ ਸੌਂਪ ਰਿਹਾ। ਕਿਉਂ ਸੌਂਪ ਰਿਹਾ? ਕਿਉਂਕਿ ਉਸਨੇ ਇਮਾਨਦਾਰੀ ਦਿਖਾਈ ਸੀ। ਸੋ ਇਸ ਕਹਾਣੀ ਤੋਂ ਬੇਟਾ ਸਿੱਟਾ ਕੀ ਨਿਕਲਦਾ ਹੈ ਕਿ ਸਾਨੂੰ ਕਦੇ ਵੀ ਕਿਸੇ ਚੀਜ਼ ਦਾ ਲਾਲਚ ਨਹੀਂ ਕਰਨਾ ਚਾਹੀਦਾ। ਸੋ ਇਹਦਾ ਜਿਹੜੀ ਸਿੱਖਿਆ ਬੇਟਾ ਉਹ ਇਹ ਹੈ ਕਿ ਇਮਾਨਦਾਰੀ ਇੱਕ ਚੰਗੀ ਨੀਤੀ ਹੈ। ਜੀਵਨ ਵਿੱਚ ਹਮੇਸ਼ਾ ਅੱਗੇ ਵਧਣ ਲਈ ਇਮਾਨਦਾਰੀ ਅਤੇ ਸੱਚ ਦਾ ਰਾਸਤਾ ਅਪਣਾਓ। ਜ਼ਿੰਦਗੀ ਦੇ ਵਿੱਚ ਸੱਚ ਬੋਲਣ ਵਾਲਿਆਂ ਦੀ ਹਮੇਸ਼ਾ ਜਿੱਤ ਹੁੰਦੀ ਹੈ। ਇਮਾਨਦਾਰ ਬੰਦੇ ਨੂੰ ਪ੍ਰਮਾਤਮਾ ਦੁੱਗਣਾ ਦਿੰਦਾ ਹੈ। ਸੋ ਬੇਟਾ ਬਹੁਤ ਸਾਰੀਆਂ ਸਿੱਖਿਆਵਾਂ ਜਿਹੜੀਆਂ ਇਸ ਕਹਾਣੀ ਤੋਂ ਮਿਲਦੀਆਂ ਨੇ। ਸੋ ਹੋਰ ਬਹੁਤ ਸਾਰੀਆਂ ਕਹਾਣੀਆਂ ਪੜ੍ਹਨ, ਸੁਣਨ ਅਤੇ ਸਮਝਣ ਲਈ ਜੁੜੇ ਰਹੋ ਪੰਜਾਬੀ ਐਜੂਕੇਸ਼ਨ ਚੈਨਲ ਦੇ ਨਾਲ। ਥੈਂਕ ਯੂ ਜੀ।